ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਗੋਦ ਵਿੱਚ ਵਿਰਾਜਮਾਨ ਗੁਰੂ ਰੂਪ ਸਾਧ ਸੰਗਤ ਜੀ, ਸਾਹਿਬਾਂ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਮੇਰ ਸਰੀਰ का एक रथ वाओ। जे आत्मा है ਉਹਨੂੰ ਕਾਰਜ ਕਰਨ ਲਈ ਸਰੀਰ ਵੀ ਚਾਹੀਦਾ। ਇਹਨਾਂ ਦੋਨਾਂ ਦਾ ਸੁਮੇਲ ਹੀ ਸਦੀਵੀ ਹੈ। ਇਹਨਾਂ ਦੋਨਾਂ ਦਾ ਸੁਮੇਲ ਹੀ ਕੁਝ ਕਾਰਜ ਕਰ ਸਕਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਇੱਕ ਸਿੱਖ ਆਇਆ ਔਰ ਬੇਨਤੀ ਕੀਤੀ, ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ, ਤੁਹਾਥੋਂ ਵਿਛੜੀਏ ਨਾ। ਬਹੁਤ ਕਮਾਲ ਦਾ ਹਵਾਲਾ ਜਨਮ ਸਾਖੀ ਵਿੱਚ ਹੈ। ਹਜ਼ੂਰ ਨੇ ਕਿਹਾ, ਜੇ ਸਰੀਰ ਨਾਲ ਜੁੜੋਗੇ ਵਿਛੜ ਜਾਓਗੇ, ਸ਼ਬਦ ਨਾਲ ਜੁੜੋ ਹਮੇਸ਼ਾ ਜੁੜੇ ਰਹੋਗੇ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਚਵਰ ਛਤਰ ਦੇ ਮਾਲਕ, ਜੋ ਕਿ ਜੁਗੋ ਜੁਗ ਅਟਲ ਹੈ। ਸਿਰਫ ਇੱਕ ਅੱਧੇ ਲਫ਼ਜ਼ ਦੇ ਵਿੱਚ ਜੇਕਰ ਇਸ ਗੱਲ ਨੂੰ ਥੋੜਾ ਜਿਹਾ ਸਿਧਾਂਤਕ ਤੌਰ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ, ਬਾਰ-ਬਾਰ ਇਹ ਗੱਲ ਕਹੀ ਗਈ, ਭਾਈ ਸਾਹਿਬ ਨੇ ਵੀ ਕਿਹਾ ਕਿ ਮੇਰੀ ਤਾਰੀਫ ਨਾ ਕੀਤੀ ਜਾਏ, ਮੇਰੀ ਉਸਤਤ ਨਾ ਕੀਤੀ ਜਾਏ। ਯਾਦ ਆਉਂਦੀ ਹੈ ਗੱਲ, ਤਖਤ ਸ੍ਰੀ ਪਟਨਾ ਸਾਹਿਬ ਦੀ ਸਟੇਜ ਦੇ ਉੱਤੇ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਸਟੇਜ ਦੇ ਉੱਤੋਂ ਬੋਲ ਰਹੇ ਸਨ ਔਰ ਉਹ ਕਹਿ ਰਹੇ ਸਨ ਕਿ ਮੈਨੂੰ ਇਹ ਪੂਰਾ ਅਹਿਸਾਸ ਹੈ ਕਿ ਇਸ ਤਖਤ ਸਾਹਿਬ ਦੀ ਪਾਵਨ ਸਟੇਜ ਤੋਂ, ਇਸ ਤਖਤ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਿੱਖ ਲਈ ਕਿਸੇ ਦੀ ਉਸਤਤ ਤੇ ਕਿਸੇ ਦੀ ਨਿੰਦਾ ਕਰਨੀ ਵਜਰ ਪਾਪ ਹੈ, ਵਿਵਰਜਿਤ ਹੈ। ਪਰ ਨਿੰਦਾ ਤੇ ਉਸਤਤ ਦਾ ਅਸੀਂ ਅਰਥ ਭੁੱਲ ਜਾਂਦੇ ਹਾਂ। ਸਹੀ ਨੂੰ ਸਹੀ ਗੱਲ ਕਹਿ ਦੇਣੀ ਔਰ ਗਲਤ ਨੂੰ ਗਲਤ ਕਹਿ ਦੇਣਾ, ਇਹ ਉਸਤਤ ਜਾਂ ਨਿੰਦਾ ਨਹੀਂ ਹੈ। ਸਹੀ ਚੀਜ਼ ਨੂੰ ਗਲਤ ਕਹਿਣਾ ਇਹ ਨਿੰਦਾ ਹੈ ਔਰ ਗਲਤ ਨੂੰ ਸਹੀ ਕਹਿਣਾ ਇਹ ਉਸਤਤ ਹੈ। ਇਹਨਾਂ ਦੋਨਾਂ ਤੋਂ ਬਚਣ ਦੀ ਲੋੜ ਹੈ। ਜੇਕਰ ਮਥਰਾ ਭੱਟ ਜੀ ਅੰਕਿਤ ਕਰਦੇ ਹਨ, ਜੇ ਉਚਾਰਦੇ ਹਨ, ਪਰ ਕੇਵਲ ਉਹ ਨਹੀਂ ਉਚਾਰ ਰਹੇ, ਬਾਅਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਲਫ਼ਜ਼ ਦੁਹਰਾਉਂਦੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਫਿਰ ਮੁੜ ਉਹ ਲਫ਼ਜ਼ ਦੁਹਰਾਉਂਦੇ ਹਨ, ਉਹ ਸ਼ਬਦ ਉਚਾਰਦੇ ਹਨ। ਉਹ ਕੀ ਹਨ? ਪਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਇਹ ਸਚਾਈ ਹੈ ਜਿਹੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਸਾਹਿਬ ਵਾਹਿਗੁਰੂ ਦਾ ਸਰਗਣ ਸਰੂਪ ਸੀ, ਜਿਹੜਾ ਕਿ ਗੁਰੂ ਨਾਨਕ ਸਾਹਿਬ ਦੇ ਮੁਖ ਦੇ, ਉਹਨਾਂ ਦੇ ਸਰੀਰ ਦੇ ਅੰਦਰ ਸ਼ਬਦ ਰੂਪ ਵਿੱਚ ਆਇਆ। ਗੁਰੂ ਨਾਨਕ ਸਾਹਿਬ ਨੇ ਉਹ ਸ਼ਬਦ ਉਚਾਰ ਕੇ ਉਹ ਆਪਣੇ ਅੰਦਰੋਂ ਸਿੱਖਾਂ ਦੇ ਮੂੰਹ ਵਿੱਚ ਪਾਇਆ। ਪਰਾਪਸ਼ੰਤੀ ਮਧਮਾ ਬੈਖਰੀ ਦੇ ਰੂਪ ਵਿੱਚ ਹੁੰਦਾ ਹੋਇਆ ਉਹ ਸ਼ਬਦ ਗੁਰੂ ਦੇ ਰੂਪ ਵਿੱਚ ਸਿੱਖਾਂ ਦੇ ਮੂੰਹ ਵਿੱਚ ਗੁਰੂ ਸਾਹਿਬ ਨੇ ਪਾਇਆ। ਔਰ ਉਹ ਜੋਤ ਜਿਹੜੀ ਗੁਰੂ ਨਾਨਕ ਸਾਹਿਬ ਦੇ ਅੰਦਰ ਜੋਤ ਰੂਪ ਹਰ ਆਪ, ਉਹ ਜਦੋਂ ਤੁਰਦੀ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਈ। ਹੁਣ ਗ੍ਰੰਥ ਨੂੰ ਇੱਕ ਸਰੀਰ ਚਾਹੀਦਾ। ਸਰੀਰ ਔਰ ਆਤਮਾ ਦੀ ਗੱਲ ਹੋ ਰਹੀ ਸੀ। ਇਹਨਾਂ ਦੋਨਾਂ ਦੇ ਸਰੀਰ ਔਰ ਆਤਮਾ ਦੇ ਸੁਮੇਲ ਨੂੰ ਸਿੱਖ ਦੇ ਲਈ ਪੈਮਾਨਾ ਦੇ ਦਿੱਤਾ, ਪੈਰਾਮੀਟਰ ਦੇ ਦਿੱਤੇ, ਦੋ ਥੰਮੀਆਂ ਦੇ ਦਿੱਤੀਆਂ, ਦੋ ਦਾਇਰੇ ਮਦਾਰ ਦੇ ਦਿੱਤੇ। ਇਹਨਾਂ ਦੇ ਵਿਚਕਾਰ ਤੁਹਾਡੀ ਜ਼ਿੰਦਗੀ ਬਤੀਤ ਹੋਏਗੀ। ਉਹ ਜ਼ਿੰਦਗੀ ਕੀ ਹੈ? ਗੁਰੂ ਗ੍ਰੰਥ ਤੇ ਗੁਰੂ ਪੰਥ ਦੀ। ਇਹਨਾਂ ਦੋਨਾਂ ਦਾ ਸੁਮੇਲ ਹੀ ਉਸ ਕਾਰਜ ਨੂੰ ਪੂਰਾ ਕਰੇਗਾ ਜਿਸ ਕਾਰਜ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਸ ਸੰਸਾਰ ਦੇ ਵਿੱਚ ਆਗਮਨ ਹੋਇਆ। ਪਰ ਇਹਨਾਂ ਦੋਨਾਂ ਦੇ ਵਿਚਕਾਰ ਇੱਕ ਬੜਾ ਅਹਿਮ ਲਿੰਕ ਹੈ, ਇੱਕ ਬਹੁਤ ਅਹਿਮ ਕੜੀ ਹੈ। ਗ੍ਰੰਥ ਔਰ ਪੰਥ ਦੇ ਵਿਚਕਾਰ ਜਿਹੜੀ ਇੱਕ ਬਹੁਤ ਮਹੱਤਵਪੂਰਨ ਕੜੀ ਹੈ, ਉਹ ਹੈ ਗ੍ਰੰਥੀ ਦੀ। ਗ੍ਰੰਥੀ ਦੇਖਣਾ ਹੋਏ ਕਿਹੜਾ ਪ੍ਰਵਾਨ ਹੋਇਆ, ਕਿਹੜਾ ਗੁਰੂ ਸਾਹਿਬ ਨੇ ਚੁਣਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਬਾਲਕ ਹਰਗੋਬਿੰਦ ਜੀ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਤੁਸੀਂ ਲਓ। ਬਾਬਾ ਜੀ ਕਹਿਣ ਲੱਗੇ, ਮੈਂ ਖੁਦ ਕਿਸੇ ਵਿਦਿਆਲੇ 'ਚ ਨਹੀਂ ਪੜ੍ਹਿਆ, ਮੈਂ ਖੁਦ ਨਹੀਂ ਪੜ੍ਹਿਆ, ਮੈਂ ਇਹਨਾਂ ਨੂੰ ਕੀ ਪੜ੍ਹਾਵਾਂਗਾ।
ਗੁਰੂ ਅਰਜਨ ਸਾਹਿਬ ਨੇ ਕਿਹਾ, ਬਾਬਾ ਜੀ ਤੁਸੀਂ ਇਹਨਾਂ ਨੂੰ ਉਹ ਪੜ੍ਹਾਈ ਕਰਾਓ ਜਿਹੜੀ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਕਰਾਈ ਸੀ। ਜਿਹੜੀ ਪੜ੍ਹਾਈ ਗੁਰੂ ਨਾਨਕ ਸਾਹਿਬ ਨੇ ਕਰਾਈ ਉਹ ਪੜ੍ਹਾਈ ਬੜੀ ਔਖੀ ਹੈ, ਉਹ ਸਮਝ ਤੋਂ ਬਾਹਰ ਹੈ, ਉਹ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾਂਦੀ। ਉਹ ਪੜ੍ਹਾਈ ਹੈ ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ, ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਏ। ਇਹ ਮੱਛੀ ਦੀ ਤਾਰੀ ਦੀ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਣਾਉਣਾ ਪਏਗਾ। ਇਹ ਬਹੁਤ ਔਖਾ ਕੰਮ ਹੈ। ਮੱਛੀ ਕੀ ਕਰਦੀ ਹੈ? ਮਰੀ ਹੋਈ ਮੱਛੀ ਪਾਣੀ ਦੇ ਵਹਿਣ ਨਾਲ ਤੁਰਦੀ ਹੈ, ਜਿੰਦੀ ਮੱਛੀ ਪਾਣੀ ਦੇ ਵਹਾਅ ਦੇ ਉਲਟ ਤੁਰਦੀ ਹੈ। ਇਹ ਜਿੰਦੀ ਔਰ ਮਰੀ ਹੋਈ ਮੱਛੀ, ਜਿੰਦੀ ਹੋਈ ਮਰੀ ਹੋਈ ਆਤਮਾ ਦੇ ਵਿਚਕਾਰ ਬਸ ਇਹੀ ਫਰਕ ਹੈ। ਜਿਸ ਗੱਲ ਨੂੰ ਗੁਰੂ ਸਾਹਿਬ ਨੇ ਕਿਹਾ, ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਏ, ਉੜੇ ਨੇ ਹੰਸ ਨਹਿ ਕੰਧ ਚੀਜੇ, ਗੰਗ ਜਮਨ ਜੋ ਉਲਟੀ ਬਹੇ, ਤੋ ਨਾਮਾ ਹਰ ਕਹਿਤਾ ਰਹੇ। ਲੋਕ ਇਸ ਸੰਸਾਰ ਨੂੰ, ਲੋਕ ਇੱਥੇ ਦੇ ਮਾਹੌਲ ਨੂੰ ਮੰਗਲ ਕਹਿੰਦੇ ਹਨ, ਪਰ ਜੰਗਲ ਵਿੱਚ ਮੰਗਲ ਦੀ ਗੱਲ ਨਹੀਂ। ਇੱਥੇ ਮੰਗਲ ਵਿੱਚ ਉਸ ਵਾਪਸ ਜੰਗਲ ਨੂੰ ਲੈ ਕੇ ਆਣਾ, ਉਸ ਰੂਹਾਨੀਅਤ ਨੂੰ ਲੈ ਕੇ ਆਣਾ, ਉਸ ਕਾਦਰ ਦੀ ਕੁਦਰਤ ਨੂੰ ਲੈ ਕੇ ਆਣਾ, ਇਹ ਜਿਹੜਾ ਕਾਰਜ ਭਾਈ ਸਾਹਿਬ ਜੀ ਨੇ ਕੀਤਾ ਹੈ। ਜਗਬੀਰ ਸਿੰਘ ਜਾਂ ਜੰਗਬੀਰ ਸਿੰਘ, ਇਹਨਾਂ ਨੂੰ ਪਿਆਰ ਨਾਲ ਸਤਿਕਾਰ ਨਾਲ ਲੋਕ ਕਹਿੰਦੇ ਹਨ। ਇਹ ਕਦੀ ਭੁੱਲਣ ਵਾਲਾ ਨਹੀਂ, ਪਰ ਵਾਕਈ ਜਿਹੜੀ ਗੱਲ ਬਾਰ-ਬਾਰ ਇਹ ਕਹੀ ਜਾਂਦੀ ਹੈ ਕਿ ਜਿਹੜਾ ਕੰਮ ਇਹਨਾਂ ਨੇ ਕੀਤਾ ਉਹ ਬਿਲਕੁਲ ਨਿਸ਼ਚਿਤ ਤੌਰ ਦੇ ਉੱਤੇ ਉਹ ਉਹੀ ਸੀ, ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਏ। ਮੱਛੀ ਦੀ ਤਰ੍ਹਾਂ ਇਹਨਾਂ ਨੂੰ ਕਰਨਾ ਔਰ ਗ੍ਰੰਥ ਔਰ ਪੰਥ ਦੇ ਵਿਚਕਾਰ ਇੱਕ ਮਹੱਤਵਪੂਰਨ ਕੜੀ ਹੋ ਕੇ ਜਿਹੜੇ ਇਹਨਾਂ ਨੇ ਵਿਚਰੇ ਹਨ। ਵਾਹਿਗੁਰੂ ਕਿਰਪਾ ਕਰੇ। ਇਹ ਕੋਈ ਉਹਨਾਂ ਦੀ ਉਸਤਤ ਨਹੀਂ, ਇਹ ਕਿਸੇ ਦੀ ਉਸਤਤ ਜਾਂ ਨਿੰਦਾ ਦਾ ਸਵਾਲ ਨਹੀਂ। ਜਿਹੜੀ ਅਸਲੀਅਤ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਿਆਨ ਕਰਨ ਵਿੱਚ ਕੋਈ ਉਸ ਦੇ ਦੁਚਿੱਤੀ ਨਹੀਂ ਹੈ। ਪੰਥਕ ਕਵੀ ਬਰਕਤ ਰਾਮ ਬਰਕਤ ਨੇ ਬਹੁਤ ਸੋਹਣੇ ਲਫ਼ਜ਼ ਕਹੇ ਸਨ ਇਹਨਾਂ ਦੋਨਾਂ ਦੇ ਸੁਮੇਲ ਬਾਰੇ। ਉਹਨਾਂ ਨੇ ਕਿਹਾ ਸੀ ਕਿ ਨਿਸ਼ਾਨ ਸਾਹਿਬ ਦੀ ਸ਼ਾਨ ਹੈ ਕਹਿੰਦੀ, ਸੰਗਤ ਕਰਕੇ ਮਾਣ ਹੈ ਕਹਿੰਦੀ, ਸਿੰਘਾਂ ਦੀ ਕਿਰਪਾਨ ਹੈ ਕਹਿੰਦੀ, ਕੀ ਲਾਇਆ ਕੀ ਬੂਟਾ ਲਾਇਆ ਲਹੂ ਹੰਗਾਲ, ਜੋ ਬੋਲੇ ਸੋ ਹੋਏ ਨਿਹਾਲ, ਪੰਥ ਦਾ ਰਾਖਾ ਪੁਰਖ ਅਕਾਲ, ਸਿੱਖ ਦੀ ਹਸਤੀ ਪੰਥ ਦੇ ਨਾਲ, ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ। ਇਹ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਵਿਚਕਾਰ ਇਹ ਜੋ ਅਹਿਮ ਸ਼ਖਸੀਅਤ ਹੈ, ਇਹ ਉਹਨਾਂ ਦਾ ਸਤਿਕਾਰ ਨਹੀਂ, ਇਹ ਉਸ ਨਿਸ਼ਾਨੇ ਦਾ, ਉਸ ਨਿਸ਼ਾਨੀ ਦਾ, ਉਸ ਸਿਧਾਂਤ ਦਾ ਸਤਿਕਾਰ ਹੈ ਜਿਹੜਾ ਕਿ ਸਾਨੂੰ ਸਾਡੇ ਲਈ ਬਹੁਤ ਬੇਸ਼ਕੀਮਤੀ ਹੈ। ਇਹ ਅਲਫਾਜ਼ ਵਰਤਦਿਆਂ ਹੋਇਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ